ਕਨਵੈਨਸ਼ਨਸ ਤੇ ਇਕਤਦਰ ਚੀਮਾ ਸਾਹਿਬ ਗੱਲ ਕਰਨਗੇ। ਮੈਂ ਬੇਨਤੀ ਜ਼ਰੂਰ ਕਰਦੇ ਹਾਂ ਸਿੱਖ ਕੌਮ ਨੂੰ ਕਿ ਜੇ ਇਹੋ ਜਿਹੇ ਦੋਸਤ ਸਾਡੇ ਕੋਲ ਹੋਣ ਤੇ ਸ਼ਾਇਦ ਇਹ ਸਾਡੇ ਨਾਲੋਂ ਵੀ ਵੱਧ ਕਈ ਵਾਰੀ ਸਾਡਾ ਕੰਮ ਕਰ ਦਿੰਦੇ ਨੇ। ਯੂਨਾਈਟਿਡ ਨੇਸ਼ਨ ਦੇ ਚਾਰਟਰ ਵਿੱਚ ਸਭ ਤੋਂ ਪਹਿਲੀ ਵਾਰੀ ਕੋਈ ਸਿੱਖਾਂ ਦੀਆਂ ਜਾਂ ਅਸੀਂ ਗੱਲ ਕਰੀਏ ਗੁਰੂ ਸਾਹਿਬ ਦੀ ਗੁਰਬਾਣੀ ਦੀਆਂ ਮੁਕੱਦਸ ਤੁਕਾਂ ਲੈ ਕੇ ਗਿਆ ਔਰ ਉਹਨਾਂ ਨੂੰ ਦਰਜ ਕਰਾਇਆ, ਤੇ ਉਹ ਇਹ ਜਿਹੜਾ ਇੱਕ ਵਾਹਿਦ ਕੰਮ ਜਿਹੜਾ ਇਹ ਸਾਡੇ ਲਈ ਚੀਮਾ ਸਾਹਿਬ ਨੇ ਕੀਤਾ। ਸੋ ਚੀਮਾ ਸਾਹਿਬ ਬਹੁਤਾ ਸਮਾਂ ਨਾ ਲੈਂਦਿਆਂ ਹੋਇਆ ਮੈਂ ਆਪ ਜੀ ਨੂੰ ਬੇਨਤੀ ਕਰਦਾ, ਆਪ ਜੀ ਆਪਣੀ ਸਬਮਿਸ਼ਨ ਦਾ ਆਗਾਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਸ਼ਹੀਦ ਪੁੱਤਰਾਂ ਦੇ ਪਿਤਾ ਤੇ ਸ਼ਹੀਦ ਪਿਤਾ ਦੇ ਪੁੱਤਰ 10ਵੇਂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਈ ਰਣਜੀਤ ਸਿੰਘ ਸਰਾਏ, ਵਰਲਡ ਸਿੱਖ ਪਾਰਲੀਮੈਂਟ, ਸਾਰੇ ਸਾਡੇ ਜਿਹੜੇ ਸੱਜਣ ਸਾਡੇ ਨਾਲ ਜੁੜੇ ਉਹਨਾਂ ਸਾਰਿਆਂ ਦਾ ਧੰਨਵਾਦੀ ਹਾਂ ਕਿ ਤੁਸੀਂ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਦੇ ਸੰਦਰਭ 'ਚ ਇਹ ਬਹੁਤ ਟਾਈਮਲੀ ਇੱਕ ਕਾਨਫਰੰਸ ਰੱਖੀ ਆ। ਸਾਡੇ ਲਈ ਇਹ ਜਿਹੜਾ UN ਦੇ ਕੰਟੈਕਸਟ 'ਚ 9 ਤੇ 10 ਇਹ ਦੋਵੇਂ ਹੀ ਅਹਿਮ ਨੇ। 10 ਦੀ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਹੁੰਦਾ ਤੇ 9 ਤਰੀਕ ਨੂੰ ਸਾਡਾ ਜਿਹੜਾ ਹੈ ਉਹ ਕਨਵੈਨਸ਼ਨ ਔਨ ਜੈਨੋਸਾਈਡ ਦੇ ਪਾਸ ਹੋਣ ਦੀ ਐਨਵਰਸਰੀ ਹੁੰਦੀ ਹੈ। ਸੋ ਇਹ ਦੋਵੇਂ ਹੀ ਜਿਹੜੇ ਦਿਨ ਨੇ ਉਹ ਸਿੱਖਾਂ ਲਈ ਖਾਸ ਤੌਰ ਤੇ ਬਹੁਤ ਜ਼ਿਆਦਾ ਅਹਿਮ ਨੇ, ਕਿਉਂਕਿ ਸਿੱਖ ਜੈਨੋਸਾਈਡ ਦੀ ਗੱਲ ਵੀ ਸਾਡੇ ਕਨਵੈਨਸ਼ਨ ਔਨ ਪ੍ਰੀਵੈਂਸ਼ਨ ਆਫ ਜੈਨੋਸਾਈਡ ਦੇ ਹੇਠ ਹੁੰਦੀ ਆ ਔਰ ਫਿਰ ਉਹਦੇ ਬਾਅਦ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਵੀ ਹੁੰਦਾ। ਮੈਂ ਕਿਉਂਕਿ ਸਮਾਂ ਸਾਡੇ ਕੋਲ ਥੋੜਾ, ਮੈਂ ਥੋੜੀ ਜਿਹੀ ਅੱਜ ਗੱਲ ਕਰਨਾ ਚਾਹਾਂਗਾ ਕਿ ਇਹ ਪਿਛਲੇ 1 ਸਾਲ ਤੋਂ ਜੋ ਕੁਛ ਭਾਰਤ 'ਚ ਹੋ ਰਿਹਾ ਔਰ ਹਿਊਮਨ ਰਾਈਟਸ ਦੇ ਹਵਾਲੇ ਨਾਲ, ਉਹਦੇ ਬਾਰੇ UN ਵੀ ਔਰ ਦੁਨੀਆ ਦੀਆਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਕੰਸਰਨਡ ਹੈਗੀਆਂ। ਪਹਿਲੀ ਵਾਰੀ ਇਹ ਹੋਇਆ ਵਾ ਕਿ ਪਿਛਲੇ ਤਕਰੀਬਨ 17 ਸਾਲਾਂ ਬਾਅਦ ਭਾਰਤ ਨੂੰ ਪਹਿਲੀ ਵਾਰੀ ਇਸ ਸਾਲ ਕੰਟਰੀ ਆਫ ਪਾਰਟੀਕੂਲਰ ਕੰਸਰਨ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਰਿਲੀਜੀਅਸ ਫਰੀडम ਦੇ ਉੱਤੇ ਕਰਾਰ ਦਿੱਤਾ। ਇਸ ਤੋਂ ਪਹਿਲਾਂ ਜਦੋਂ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਹੋਇਆ ਸੀ ਤੇ ਉਦੋਂ ਭਾਰਤ ਇੱਕ ਵਾਰੀ ਬਣਿਆ ਸੀ ਕੰਟਰੀ ਆਫ ਪਾਰਟੀਕੂਲਰ ਕੰਸਰਨ, ਜਿਹਨੂੰ ਬਲੈਕ ਲਿਸਟ ਵੀ ਤੁਸੀਂ ਕਹਿ ਸਕਦੇ ਹੋ ਫॉर ਰਿਲੀਜੀਅਸ ਫਰੀडम। ਤੇ ਉਹਦੇ ਬਾਅਦ ਹੁਣ 17 ਸਾਲਾਂ ਬਾਅਦ ਫਿਰ ਇਸ ਸਾਲ ਯੂਸਰਫ ਨੇ, ਜਿਨ੍ਹਾਂ ਨੇ ਮੇਰੀ ਰਿਪੋਰਟ ਵੀ ਛਾਪੀ ਹੈ ਭਾਰਤ ਦੇ ਬਾਰੇ, ਉਹਨੂੰ ਕਰਾਰ ਦਿੱਤਾ ਹੈ। ਮੈਂ ਥੋੜੀ ਜਿਹੀ ਗੱਲ ਕਰਨਾ ਚਾਹਾਂਗਾ ਕਿ ਜੋ ਕੁਛ ਹੁਣ ਕਿਸਾਨਾਂ ਨਾਲ ਹੋ ਰਿਹਾ, ਮੈਂ ਕਿਉਂਕਿ ਅੱਜ ਜਿਹੜੀ ਗੱਲਬਾਤ ਹੈ ਹਿਊਮਨ ਰਾਈਟਸ ਔਰ ਜਿਹੜੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਉਹ ਤੇ ਕਰਨਾ ਚਾਹੁੰਦਾ। ਜਦੋਂ ਦੀ BJP ਸਰਕਾਰ ਦੁਬਾਰਾ ਇਲੈਕਟ ਹੋ ਕੇ ਆਈ ਆ ਤੇ ਉਹਨਾਂ ਨੇ ਜਿਹੜੀ ਆਪਣੀ ਮਹਿਮਤ ਮੈਜੋਰਟੀ ਆ ਪਾਰਲੀਮੈਂਟ 'ਚ ਉਹਨੂੰ ਘੱਟ ਗਿਣਤੀਆਂ ਦੇ ਘਾਣ ਲਈ ਇਸਤੇਮਾਲ ਕਰਨਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਉਹਨਾਂ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲਿਆਂਦਾ, ਉਹਦੇ ਬਾਅਦ ਇੱਕ NRC ਨੈਸ਼ਨਲ ਰਜਿਸਟਰ ਫॉर ਸਿਟੀਜ਼ਨਸ਼ਿਪ ਲਾਗੂ ਕੀਤਾ ਔਰ ਉਹਦਾ ਮਕਸਦ ਸਿਰਫ ਮੁਸਲਮਾਨਾਂ ਨੂੰ ਜਿਹੜੀ ਉੱਥੇ ਦੀ ਘੱਟ ਗਿਣਤੀ ਆ ਉਹਨਾਂ ਨੂੰ ਪਰਸੀਕਿਊਟ ਕਰਨਾ ਸੀ। ਉਹਦੇ ਬਾਅਦ ਧਾਰਾ 370 ਇਹਨਾਂ ਨੇ ਰਿਵੋਕ ਕੀਤੀ। ਔਰ ਇੱਕ ਅਜੀਬ ਗੱਲ ਹੈ, ਅਸੀਂ ਕਿਉਂਕਿ ਵੈਸਟ 'ਚ ਵਸਨੇ ਔਰ ਜਿਹੜੇ ਸਾਡੇ ਵਕੀਲ ਭਰਾ ਨੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਕਿ ਕੋਈ ਵੀ ਸਰਕਾਰ ਹੋਵੇ ਜਿਹੜੀ ਆਪਣੇ ਆਪ ਨੂੰ ਡੈਮੋਕ੍ਰੈਟਿਕ ਅਖਵਾਉਂਦੀ ਹੈ, ਜਦੋਂ ਵੀ ਉਹ ਕੋਈ ਕਾਨੂੰਨ ਪਾਸ ਕਰਨਾ ਚਾਹੁੰਦੀ ਤਾਂ ਉਸ ਤੋਂ ਪਹਿਲਾਂ ਉਸ ਕਾਨੂੰਨ ਦਾ ਜਾਂ ਉਸ ਲਾਅ ਦਾ ਡਰਾਫਟ ਛਾਪਦੀ ਆ, ਪਬਲਿਕ ਡੋਮੇਨ 'ਚ ਘੱਲਦੀ ਆ, ਲੋਕਾਂ ਨੂੰ ਕੰਸਲਟ ਕਰਦੀ ਆ ਵੀ ਇਹ ਕਾਨੂੰਨ ਤੁਹਾਡੇ ਦੇਸ਼ 'ਚ ਲਾਗੂ ਹੋਣ ਲੱਗਾ, ਤੁਹਾਡੇ ਦੇ ਬਾਰੇ ਕੀ ਵਿਚਾਰ ਆ। ਉੱਤੇ ਵਿਚਾਰ ਚਰਚਾ ਕੀਤੀ ਜਾਂਦੀ ਹੈ ਸਟੇਕ ਹੋਲਡਰਸ ਦੇ, ਲੋਕਾਈ ਦੇ, ਰਿਪਰੈਜ਼ੈਂਟੇਟਿਵਸ ਦੇ, ਉੱਤੇ ਰਾਏ ਲਈ ਜਾਂਦੀ ਹੈ, ਉਹਦੇ ਬਾਅਦ ਕਾਨੂੰਨ ਬਣਦੇ ਆ। ਪਰ ਭਾਰਤੀ ਸਰਕਾਰ ਜਿਹੜੀ ਆ ਕਾਨੂੰਨ ਰਾਤੋਂ ਰਾਤ ਬਣਾਉਂਦੀ ਆ। ਜਿੰਨੇ ਵੀ ਕੰਟਰੋਵਰਸ਼ਲ ਲਾਅ ਇਨਕਲੂਡਿੰਗ ਦ ਫਾਰਮਿੰਗ ਲਾਅ ਪਾਸ ਹੋਏ ਆ, ਇਹ ਬਹੁਤ ਹੇਸਟਲੀ ਕੀਤੇ ਗਏ। ਔਰ ਜਦੋਂ ਸਾਡੇ ਦੋਸਤਾਂ ਨੂੰ ਯਾਦ ਹੋਵੇ ਕਿ ਜਦੋਂ CA ਅਮੈਂਡ ਹੋਇਆ ਤੇ ਉਹ ਤੇ ਜਿਹੜਾ ਹੈ ਅੱਧੀ ਰਾਤ ਨੂੰ ਪਾਰਲੀਮੈਂਟ ਦੇ ਸੈਸ਼ਨ ਕਰਾ ਕੇ ਭਾਰਤੀ ਦੇ ਪਾਸ ਕੀਤੇ ਗਏ। ਸੋ ਜਿਸ ਤਰੀਕੇ ਨਾਲ ਕਾਨੂੰਨ ਲੈ ਕੇ ਆ ਰਹੇ ਨੇ ਉਹਦੀ ਮੈਥਡੋਲੋਜੀ ਹੀ ਜਿਹੜੀ ਹੈ ਲਾਅ ਦੀ ਜਿਹੜੀ ਸਪਿਰਿਟ ਹੈ ਔਰ ਜਸਟਿਸ ਦੀ ਸਪਿਰਿਟ ਹੈ ਉਹਦੀ ਉਲੰਘਣਾ ਕਰਦੀ ਆ ਕਿ ਨੋ ਕੰਸਲਟੇਸ਼ਨ ਵਿਦ ਐਨੀ ਸਟੇਕ ਹੋਲਡਰਸ, ਨੋ ਪਬਲਿਕੇਸ਼ਨ ਆਫ ਡਰਾਫਟਸ, ਨਥਿੰਗ। ਤੇ ਭਾਰਤੀ ਸਰਕਾਰ ਜਿਹੜੀ ਰਾਤੋਂ ਰਾਤ ਨਵੇਂ ਕਾਨੂੰਨ ਲਾਗੂ ਕਰ ਦਿੰਦੀ। ਹੁਣ ਜਿਹੜਾ ਸਾਡੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਮਝਣ ਦੀਆਂ ਨੇ। ਬਹੁਤ ਸਾਰੇ ਵੈਸਟਰਨ ਕੰਟਰੀਜ਼ ਵੀ ਜਿਹੜੇ ਨੇ ਉਹ ਸ਼ਾਇਦ ਇਹਨਾਂ ਲਾਜ਼ ਨੂੰ ਮੰਦਾ ਨਹੀਂ ਸਮਝਦੇ, ਕਿਉਂਕਿ ਇਸ ਵੇਲੇ ਫ੍ਰੀ ਮਾਰਕੀਟ ਦੀ ਗੱਲ ਜਿਹੜੀ ਹੈ ਅਮਰੀਕਾ 'ਚ ਵੀ ਹੈ ਔਰ ਫ੍ਰੀ ਮਾਰਕੀਟ ਦੀ ਗੱਲ UK ਵੀ ਹੁਣ ਫ੍ਰੀ ਮਾਰਕੀਟ ਵਾਲੇ ਪਾਸੇ ਜਾ ਰਿਹਾ। ਲੇਕਿਨ ਜਿਹੜੀ ਗੱਲ ਸਾਨੂੰ ਵੈਸਟ ਨੂੰ ਸਮਝਾਉਣ ਦੀ ਹੈ ਕਿ ਜਿਹੜੀ ਇਹਨਾਂ ਦੀ ਫ੍ਰੀ ਮਾਰਕੀਟ ਹੈ ਉਹਦਾ ਕਨਸੈਪਟ ਜਿਹੜਾ ਹੈ ਉਹ ਜੋ ਭਾਰਤ 'ਚ ਹੋਣ ਜਾ ਰਿਹਾ ਉਸ ਤੋਂ ਮੁਖਤਲਿਫ ਹੈ। ਇੱਥੇ ਜਦੋਂ ਫ੍ਰੀ ਮਾਰਕੀਟ ਇਸਟੈਬਲਿਸ਼ ਕੀਤੀ ਜਾਂਦੀ ਹੈ ਵੈਸਟ ਦੇ ਵਿੱਚ ਔਰ ਅਮਰੀਕਾ 'ਚ ਖਾਸ ਤੌਰ 'ਤੇ, ਉੱਥੇ ਸਰਕਾਰ ਕਿਸਾਨਾਂ ਦਾ ਖਾਸ ਧਿਆਨ ਰੱਖਦੀ ਹੈ। ਉੱਥੇ ਉਹਨਾਂ ਨੂੰ ਮਿਨੀਮਮ ਪ੍ਰਾਈਸ ਦਿੱਤੀ ਜਾਂਦੀ ਹੈ ਔਰ ਕਦੇ ਸੋਕਾ ਪੈ ਜਾਏ ਜਾਂ ਕੁਛ ਹੋਰ ਹੋ ਜਾਏ ਤੇ ਉੱਥੇ ਦੀ ਸਰਕਾਰ ਜਿਹੜੀ ਹੈ ਉਹ ਸਬਸਿਡੀਜ਼ ਦਿੰਦੀ ਹੈ, ਜਿਹੜੇ ਸਾਨੂੰ ਭਾਰਤ ਤੋਂ ਬਿਲਕੁਲ ਆਸ ਨਹੀਂ ਹੈ। ਦੂਸਰੀ ਜਿਹੜੀ ਇਹਨਾਂ ਕਾਨੂੰਨਾਂ ਨੂੰ ਤੁਸੀਂ ਸਾਡੇ ਦੂਸਰੇ ਦੋਸਤ ਤੇ ਗੱਲ ਕਰਨਗੇ,
ਇੱਕ ਦੂਸਰੀ ਜਿਹੜੀ ਚੀਜ਼ ਹੈ ਕਿ ਜਿਹੜਾ 85% ਫਾਰਮਰ ਹੈ ਉਹ ਛੋਟਾ ਫਾਰਮਰ ਹੈ, ਉਹਨੂੰ ਲੱਗ ਰਿਹਾ ਕਿ ਉਹਦੇ ਕੋਲ ਕੋਈ ਬਾਰਗੇਨ ਦੀ ਪਾਵਰ ਜਿਹੜੀ ਆ ਇਹਨਾਂ ਕਾਨੂੰਨਾਂ ਦੇ ਪਾਸ ਹੋਣ ਦੇ ਬਾਅਦ ਰਹਿ ਨਹੀਂ ਜਾਣੀ। ਔਰ ਇਸੇ ਤਰ੍ਹਾਂ ਹੀ ਜਿਹੜੇ ਆ ਉਹ ਲੇਬਰ ਜਿਹੜੀ ਆ ਜਾਂ ਫਾਰਮਰ ਲੇਬਰ ਆ ਉਹਦਾ ਕਿ ਕੋਈ ਉਹਦੇ ਵਿੱਚ ਮਿਨੀਮਮ ਵੇਜ ਨਹੀਂ ਹੈਗੀ, ਕੋਈ ਹਾਇਰ ਐਂਡ ਫਾਇਰ ਜਿਹੜੀਆਂ ਪਾਵਰਸ ਆ ਉਹ ਸਾਰੀ ਦੀਆਂ ਸਾਰੀਆਂ ਇਹਨਾਂ ਵੱਡੀਆਂ ਕੈਪੀਟਲਿਸਟਿਕ ਫਰਮਸ ਕੋਲ ਚਲੀਆਂ ਜਾਣੀਆਂ ਕਿ ਜਿਹਨੂੰ ਚਾਹੋ ਰੱਖੋ, ਜਿਹਨੂੰ ਚਾਹੋ ਕੱਢੋ। ਸੋ ਇਹ ਬਹੁਤ ਕੰਟਰੋਵਰਸ਼ੀਅਲ ਲਾਅ ਹੈਗੇ ਆ। ਪਰ ਇਸ ਤੋਂ ਵੱਡੀ ਜਿਹੜੀ ਗੱਲ ਇਹ ਹੈ ਕਿ ਭਾਰਤ ਜਿਹੜਾ ਬਾਰ-ਬਾਰ ਇਹਨੂੰ ਆਪਣਾ ਇੰਟਰਨਲ ਮੈਟਰ ਤਾਂ ਕਹੀ ਜਾਂਦਾ, ਔਰ ਅਸੀਂ ਦੇਖਿਆ ਕਿ ਹੁਣ ਆਵਾਜ਼ਾਂ ਜਿਹੜੀਆਂ ਨੇ ਇੰਟਰਨੈਸ਼ਨਲ ਲੈਵਲ ਤੇ ਉੱਠ ਰਹੀਆਂ। ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਅੰਟੋਨੀਓ ਗੁਟਾਰੇਸ ਨੇ ਵੀ ਕਿਹਾ ਵਾ ਭਾਰਤ ਨੂੰ ਕਿ ਜਿਹੜੇ ਰਾਈਟ ਆਫ ਪੀਸਫੁਲ ਅਸੈਂਬਲੀ ਹੈ ਉਹਨੂੰ ਤੁਸੀਂ ਮੇਨਟੇਨ ਕਰੋ। ਅਮਰੀਕਨ ਸਿੱਖ ਕਾਕਸ ਦੇ ਕੋ-ਚੇਅਰਸ ਨੇ ਕਾਂਗਰਸਮੈਨ ਜੌਨ ਗੈਰਾਮੰਡੀ ਤੇ ਜਿਮ ਕੋਸਟਾ ਨੇ ਜਿਹੜਾ ਹੈ ਉਹ ਭਾਰਤੀ ਸਰਕਾਰ ਨੂੰ ਲਿਖਿਆ। ਔਰ ਕੱਲ੍ਹ ਹੀ ਜਿਹੜਾ ਹੈ ਉਹ ਨਿਊ ਜਰਸੀ ਦੇ ਤੋਂ ਬਿਲੋਂਗ ਕਰਦੇ ਹੋਏ ਇੱਕ US ਸੈਨੇਟਰ ਜਿਹੜੇ ਬੜੇ ਪ੍ਰਭਾਵਸ਼ਾਲੀ ਸੈਨੇਟਰ ਆ ਬੌਬ ਮੈਂਟੀਜ਼, ਉਹਨਾਂ ਨੇ ਵੀ ਇੱਕ ਚਿੱਠੀ ਜਿਹੜੀ ਹੈ ਉਹ ਲਿਖੀ। ਔਰ ਇਸ ਵੇਲੇ ਤਕਰੀਬਨ 8-10 ਹੋਰ ਕਾਂਗਰਸਮੈਨ ਜਿਹੜੇ ਆ ਉਹ ਸੈਕਟਰੀ ਆਫ ਸਟੇਟ ਨੂੰ ਲਿਖਣ ਵਾਲੇ ਆ ਕਿ ਭਾਰਤ 'ਚ ਜੋ ਹੋ ਰਿਹਾ ਉਹ ਅਨਐਕਸੈਪਟੇਬਲ ਹੈ। ਮੈਂ ਥੋੜਾ ਜਿਹਾ ਇੱਥੇ ਚਾਨਣਾ ਪਾਉਣਾ ਚਾਹੁੰਦਾ ਕਿਉਂਕਿ ਅਕਸਰ ਜਿਹੜੀ ਕੋਈ ਵੀ ਕਿਸਾਨੀ ਦਾ ਜਾਂ ਪੰਜਾਬ ਦਾ ਸੰਘਰਸ਼ ਚੱਲਦਾ ਤੇ ਭਾਰਤੀ ਸਰਕਾਰ ਉਹਨੂੰ ਜਿਹੜਾ ਨਾ ਜੋੜ ਦਿੰਦੀ ਆ ਵੱਖਵਾਦ ਨਾਲ, ਅੱਤਵਾਦ ਨਾਲ, ਔਰ ਉਹਨੂੰ ਕਈ ਤਰ੍ਹਾਂ ਪੁੱਠੇ ਤਰੀਕੇ ਨਾਲ ਅਟੈਕ ਕਰਨ ਦੀ ਕੋਸ਼ਿਸ਼ ਕਰਦੀ ਹੈ। ਜੋ ਕੁਛ ਇਸ ਵੇਲੇ ਸਾਡੇ ਕਿਸਾਨ ਕਰ ਰਹੇ ਆ ਉਹ ਕੰਪਲੀਟਲੀ UN ਦਾ ਜਿਹੜਾ ਚਾਰਟਰ ਨੇ ਉਹਦੇ ਨਾਲ ਬਿਲਕੁਲ ਮੈਚ ਨੇ ਔਰ ਉਹਦੇ ਹੇਠ ਨੇ। ਮੈਂ ਆਪਣੇ ਐਕਸਪਰਟਸ ਨੂੰ ਕਹਾਂਗਾ ਕਿ ਉਹ ਨੋਟ ਵੀ ਕਰ ਲੈਣ ਜਿੰਨਾ ਕਨਵੈਨਸ਼ਨਸ ਦਾ ਮੈਂ ਹੁਣ ਜ਼ਿਕਰ ਕਰਨਾ, ਤਾਂ ਕਿ ਕੱਲ੍ਹ ਨੂੰ ਸਾਨੂੰ ਕੋਈ ਪੁੱਛੇ ਕਿ ਜੋ ਕੁਛ ਪੰਜਾਬ 'ਚ ਹੋ ਰਿਹਾ ਜਾਂ ਇਸ ਵੇਲੇ ਦਿੱਲੀ 'ਚ ਜਿਹੜਾ ਮੋਰਚਾ ਲਾਈ ਬੈਠੇ ਆ ਕਿਸਾਨ, ਉਹ ਇੰਟਰਨੈਸ਼ਨਲ ਨੋਰਮਸ ਦੇ ਹੇਠ ਕਿਸ ਤਰ੍ਹਾਂ ਕਵਰ ਨੇ। ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ UN ਦਾ ਜਿਹੜਾ ਆਰਟੀਕਲ 20 ਹੈ ਆਫ UN ਯੂਨੀਵਰਸਲ ਡੈਕਲੇਰੇਸ਼ਨ ਔਨ ਹਿਊਮਨ ਰਾਈਟਸ, ਇਸੇ ਤਰ੍ਹਾਂ ਹੀ ਆਰਟੀਕਲ 21 ਹੈ ਆਫ UN ਇੰਟਰਨੈਸ਼ਨਲ ਕਨਵੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ, ਤੇ ਆਰਟੀਕਲ 5 ਆਫ UN ਡੈਕਲੇਰੇਸ਼ਨ ਔਨ ਹਿਊਮਨ ਰਾਈਟਸ ਡਿਫੈਂਡਡ। ਇਹ ਤਿੰਨ ਵੱਡੇ ਸਾਡੇ UN ਦੇ ਡੈਕਲੇਰੇਸ਼ਨ ਜਾਂ ਚਾਰਟਰ ਨੇ ਜਿਹਨਾਂ ਦੇ ਸੈਕਸ਼ਨ ਮੈਂ ਤੁਹਾਨੂੰ ਦੱਸੇ ਨੇ, ਜਿਹਦੇ ਹੇਠ ਜਿਹੜਾ ਹੈ ਉਹ ਹਰ ਬੰਦੇ ਨੂੰ ਆਜ਼ਾਦੀ ਹੈ ਕਿ ਉਹ ਪੀਸਫੁਲ ਪ੍ਰੋਟੈਸਟ ਕਰ ਸਕਦਾ ਔਰ ਉਹਨੂੰ ਹਰ ਤਰ੍ਹਾਂ ਦਾ ਹੱਕ ਹੈ ਕਿ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰ ਸਕਦਾ। ਜੇ ਉਹਨਾਂ ਦੇ ਖਿਲਾਫ ਸਟੇਟ ਰਿਪਰੈਸ਼ਨ ਵਰਤਿਆ ਜਾਂਦਾ ਤੇ ਉਹ ਫਿਰ UN ਚਾਰਟਰ ਦੀ ਉਲੰਘਣਾ ਹੋਏਗੀ। ਭਾਰਤੀ ਸਰਕਾਰ ਜਿਹੜੀ ਆ ਇਹ ਜਿਸ ਤਰ੍ਹਾਂ ਦਾ ਇਹ ਰਾਈਟ ਆਫ ਪੀਸਫੁਲ ਅਸੈਂਬਲੀ ਜਾਂ ਰਾਈਟ ਆਫ ਪੀਸਫੁਲ ਪ੍ਰੋਟੈਸਟ ਹੈ, ਇਹਨੂੰ ਹਮੇਸ਼ਾ ਤੋਂ ਦਬਾਉਂਦੀ ਆਈ ਹੈ। ਇਹਨਾਂ ਨੇ ਇਹ ਕੰਮ ਪਹਿਲੀ ਵਾਰੀ ਨਹੀਂ ਕੀਤਾ। ਤੁਹਾਨੂੰ ਪਤਾ ਕਿ ਇਸ ਤੋਂ ਪਹਿਲਾਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਆਇਆ ਸੀ, ਉਦੋਂ ਵੀ ਲੋਕਾਂ ਨੇ ਸ਼ਾਂਤਮਈ ਢੰਗ ਦੇ ਨਾਲ ਪ੍ਰੋਟੈਸਟ ਕੀਤਾ। ਹੁਣ ਤੁਸੀਂ ਜਿਹੜੇ ਪਹਿਲਾਂ ਜਿਹੜੀ ਪੰਜਾਬ ਦੇ ਵਿੱਚ ਸੰਘਰਸ਼ ਚੱਲਿਆ, ਉਹਨੂੰ ਤੁਸੀਂ ਕਹਿੰਦੇ ਸੀ ਵੀ ਇਹ ਮਿਲੀਟੈਂਟਸ ਆ, ਇਹਨਾਂ ਕੋਲ ਆਰਮਡ ਸੀ, ਅਸੀਂ ਪੰਜਾਬ ਦੀ ਨੌਜਵਾਨੀ ਦਾ ਘਾਣ ਇਸ ਵਾਸਤੇ ਕੀਤਾ। ਪਰ ਅਸੀਂ ਦੇਖਿਆ ਕਿ ਸ਼ਾਂਤਮਈ ਢੰਗ ਨਾਲ ਵੀ ਪੰਜਾਬ ਨੂੰ, ਪੰਜਾਬੀਆਂ ਨੂੰ, ਸਿੱਖਾਂ ਨੂੰ ਪ੍ਰੋਟੈਸਟ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਜਿਹੜੇ ਪ੍ਰੋਟੈਸਟ ਹੋਏ ਉੱਤੇ ਵੀ ਵਾਟਰ ਕੈਨਨ ਵਰਤੇ ਗਏ, ਪੁਲਿਸ ਬਰੂਟੈਲਿਟੀ ਅਸੀਂ ਦੇਖੀ। ਔਰ ਇਹ ਟ੍ਰੈਂਡ ਚੱਲਦਾ ਆ ਰਿਹਾ ਪਿਛਲੇ 3-4 ਦਹਾਕਿਆਂ ਤੋਂ ਭਾਰਤ 'ਚ ਇਹੀ ਹਾਲ ਆ। ਤੁਹਾਨੂੰ ਪਤਾ ਕਿ 4 ਫਰਵਰੀ 1986 'ਚ ਸਾਕਾ ਨਕੋਦਰ ਹੋਇਆ, ਜਿਹਦੇ ਵਿੱਚ ਬਹੁਤ ਸ਼ਾਂਤਮਈ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਜਿਹੜੇ ਸੀਗੇ ਉਹ ਸਿੱਖ ਯੂਥ ਇਹਤਜਾਜ ਕਰ ਰਹੀ ਸੀ। ਔਰ ਉਹਦੇ ਵਿੱਚ 4 ਨੌਜਵਾਨ ਸਿੱਖਾਂ ਦੀ, ਜਿਨ੍ਹਾਂ 'ਚ ਰਵਿੰਦਰ ਸਿੰਘ ਲਿਟਰਾ ਤੇ ਹੋਰ 3 ਜਿਹੜੇ ਸਿੱਖ ਸੀ, ਉਹਨਾਂ ਦੀ ਜਾਨ ਗਈ। ਔਰ ਉਹਨਾਂ ਦਾ ਪਰਿਵਾਰ ਅੱਜ 38 ਸਾਲ ਬਾਅਦ ਵੀ ਸਿਰਫ ਭਾਰਤੀ ਸਰਕਾਰ ਨੂੰ ਇਹ ਕਹਿ ਰਿਹਾ ਜਿਹੜੀ ਤੁਸੀਂ ਆਪਣੀ ਜੁਡੀਸ਼ੀਅਲ ਕਮਿਸ਼ਨ ਦੀ ਰਿਪੋਰਟ ਜਿਹੜੀ ਇੱਥੇ ਸਾਕਾ ਨਕੋਦਰ ਤੇ ਕਰਾਈ ਸੀ ਉਹ ਰਿਲੀਜ਼ ਕਰੋ, ਜਿਹੜੀ ਭਾਰਤੀ ਸਰਕਾਰ ਰਿਲੀਜ਼ ਕਰਨ ਨੂੰ ਤਿਆਰ ਨਹੀਂ ਹੈਗੀ। ਸੋ ਇਹ ਸਿਚੁਏਸ਼ਨ ਹੈ। ਇੱਕ ਚੀਜ਼ ਜਿਹੜੀ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਚਾਹੁੰਦਾ ਉਹ ਇਹ ਆ ਕਿ ਇੱਕ ਤਾਂ UN ਦੇ ਜਿਹੜੇ ਨਾ ਜਰਨਲ ਜਿਹੜਾ ਰਾਈਟ ਆਫ ਪੀਸਫੁਲ ਅਸੈਂਬਲੀ ਹੈ ਉਹ ਹੈ। ਇਸ ਤੋਂ ਇਲਾਵਾ ਜਿਹੜਾ ਕਿਸਾਨੀ ਦੇ ਬਾਰੇ UN ਦਾ ਜਿਹੜੀਆਂ ਰੈਜ਼ੋਲੂਸ਼ਨ ਨੇ ਉਹ ਵੀ ਸਾਨੂੰ ਆਪਣੇ ਸਾਹਮਣੇ ਰੱਖਣੀਆਂ ਚਾਹੀਦੀਆਂ। ਜਨਰਲ ਅਸੈਂਬਲੀ ਨੇ ਜੂਨ 2013 'ਚ ਇੱਕ ਸਪੈਸ਼ਲ ਰੈਜ਼ੋਲੂਸ਼ਨ ਅਡਾਪਟ ਕੀਤੀ ਸੀ ਰਾਈਟਸ ਆਫ ਪੈਜ਼ੈਂਟਸ ਜਾਂ ਕਿਸਾਨੀ ਬਾਰੇ। ਉਹਦਾ ਹੈ ਤੇ ਬਹੁਤ ਲੰਮਾ ਉਹ ਰੈਜ਼ੋਲੂਸ਼ਨ ਹੈ, ਪਰ ਉਹਦਾ ਜਿਹੜੇ ਖਾਸ ਮੁੱਖ ਹਿੱਸਾ ਮੈਂ ਆਪ ਜੀ ਨਾਲ ਸ਼ੇਅਰ ਕਰਨਾ ਚਾਹੁੰਦਾ, ਜਿਹਦੇ 'ਚ ਸਾਡੇ ਸਾਰੇ ਹੀ ਚੀਜ਼ਾਂ ਕਵਰ ਹੋ ਜਾਂਦੀਆਂ। ਉਸ ਰੈਜ਼ੋਲੂਸ਼ਨ ਜਿਹੜੀ 20 ਜੂਨ 2013 'ਚ UN ਜਨਰਲ ਅਸੈਂਬਲੀ ਨੇ ਅਡਾਪਟ ਕੀਤੀ, ਉਹਦੇ 'ਚ ਕਿਹਾ ਗਿਆ ਕਿ this resolution emphasized that according to United Nations Declaration on the Rights of Indigenous People, including indigenous peasants,
ਇਹ ਮੈਂ ਸਮਝਾ ਦਿਆਂ ਕਿ ਜਿਹੜਾ peasants ਦਾ word ਆ that is synonymous with the farmers, have the right to self-determination, and that by virtue of that right they freely determine their political status and freely pursue their economic, social, and cultural development, having the right to autonomy of self-government in matters relating to their internal and local affairs, as well as ways and means of financing their autonomous function. ਹੁਣ ਇਹਦੇ 'ਚ ਸਾਰੀ ਗੱਲ ਕਲੀਅਰ ਹੋ ਗਈ ਕਿ ਜਿਹੜੇ ਵੀ ਕਿਸਾਨ ਆ ਕਿਸੇ ਵੀ ਖਿੱਤੇ ਦੇ, ਉਹਨਾਂ ਨੂੰ ਪੂਰਾ ਹੱਕ ਆ ਕਿ ਉਹ ਆਪਣਾ ਪੋਲੀਟੀਕਲ ਸਟੇਟਸ, ਜਿਹੜੀ ਆਪਾਂ ਸਿੱਖ ਸੋਵਰਨਟੀ ਦੀ ਗੱਲ ਕਰਨੇ, ਸਿੱਖ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਨੇ ਆ, ਉਹ ਇਸ ਡੈਕਲੇਰੇਸ਼ਨ ਨੇ ਕਵਰ ਕੀਤੀ। ਫਿਰ ਉਹਨਾਂ ਦੀ ਸੋਸ਼ਲ ਕਲਚਰਲ ਡਿਵੈਲਪਮੈਂਟ ਕਿਸ ਨਾਲ ਹੋਈ, ਉਹ ਵੀ UN ਜਨਰਲ ਅਸੈਂਬਲੀ ਦੀ ਇਸ ਰੈਜ਼ੋਲੂਸ਼ਨ 'ਚ ਆ। ਔਰ ਉਸ ਤੋਂ ਵੱਖ ਇਹ ਆ ਕਿ ਜਿਹੜੇ ਉਹਨਾਂ ਦੇ ਮੁਕਾਮੀ ਮੁੱਦੇ ਆ ਜਿਹਦੇ ਵਿੱਚ ਕਿਸਾਨੀ ਦੀ ਸਾਰੀ ਚੀਜ਼ਾਂ ਹੀ ਕਵਰ ਨੇ, ਉਹਨਾਂ 'ਚ ਵੀ ਉਹਨਾਂ ਨੂੰ ਹੱਕ ਆ ਕਿ ਉਹ ਆਟੋਨਮਸਲੀ ਉਹਨੂੰ ਡਿਸਾਈਡ ਕਰ ਸਕਣ। ਇਸੇ ਤਰ੍ਹਾਂ ਹੀ ਇਹ ਬਹੁਤੀ ਪੁਰਾਣੀ ਗੱਲ ਨਹੀਂ ਹੈਗੀ, 2 ਸਾਲ ਪਹਿਲਾਂ UN ਜਨਰਲ ਅਸੈਂਬਲੀ ਨੇ ਇੱਕ ਡੈਕਲੇਰੇਸ਼ਨ ਅਡਾਪਟ ਕੀਤਾ ਸੀਗਾ ਜਿਹਨੂੰ ਕਿਹਾ ਜਾਂਦਾ ਰੈਜ਼ੋਲੂਸ਼ਨ 73/175, ਜਿਹੜੀ UN ਦਾ ਡੈਕਲੇਰੇਸ਼ਨ ਔਨ ਦ ਰਾਈਟਸ ਆਫ ਪੈਜ਼ੈਂਟਸ ਆ। ਉਹਦੇ 'ਚ ਵੀ ਮੋਰ ਔਰ ਲੈਸ ਇਹੀ ਗੱਲ ਕਿ ਕਿਸਾਨਾਂ ਨੂੰ ਆਪਣੀ ਮੰਡੀ ਨੂੰ ਕੰਟਰੋਲ ਕਰਨ ਦਾ, ਆਪਣੀਆਂ ਜ਼ਮੀਨਾਂ ਦੇ ਜਿੰਨੇ ਮਾਮਲਾਤ ਨੇ ਉਹਨਾਂ ਨੂੰ ਕੰਟਰੋਲ ਕਰਨ ਦਾ ਹੱਕ ਹੈ। ਸੋ ਇਹ ਮੈਂ ਇਸ ਵਾਸਤੇ ਆਪ ਨਾਲ ਸ਼ੇਅਰ ਕਰਨਾ ਚਾਹੁੰਦਾ ਕਿਉਂਕਿ ਬਹੁਤ ਵਾਰੀ ਸਾਨੂੰ ਪੁੱਛਿਆ ਜਾਂਦਾ ਕਿ ਤੁਸੀਂ ਕਿਸ ਤਰ੍ਹਾਂ ਇੰਟਰਨੈਸ਼ਨਲ ਨੋਰਮਸ ਦੇ ਹੇਠ ਹੈ ਪ੍ਰੋਟੈਸਟ ਔਰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਨੂੰ ਕਵਰ ਕਰਦੇ ਹੋ। ਰਣਜੀਤ ਸਿੰਘ ਇੱਥੇ ਬਹੁਤ ਕੰਮ ਕਰਦੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਤੇ, ਸੋ ਉਹਨਾਂ ਵਾਸਤੇ ਕਿਸਾਨੀ ਦੇ ਪੱਖ ਨਾਲ ਇਹ ਰੈਜ਼ੋਲੂਸ਼ਨ ਜਿਹੜੀਆਂ ਨੇ ਉਹ ਮਦਦਗਾਰ ਸਾਬਤ ਹੋਣਗੀਆਂ। ਕਿਉਂਕਿ ਆਪਣੇ ਕੋਲ ਸਮਾਂ 5 ਮਿੰਟ ਦਾ ਹੀ ਆ, ਮੈਂ 1-2 ਬੇਨਤੀਆਂ ਕਰਨਾ ਚਾਹੁੰਦਾ ਆਪਣੇ ਸਿੱਖ ਡਾਇਸਪੋਰਾ ਨੂੰ। ਦੇਖੋ, ਹਮੇਸ਼ਾ ਇਹ ਹੁੰਦਾ ਆ ਕਿ ਸਿੱਖਾਂ ਦੀ ਕੋਈ ਵੀ ਜਿਹੜੀ ਲਹਿਰ ਆ ਔਰ ਉਹ ਬਹੁਤ ਤਗੜੇ ਢੰਗ ਨਾਲ ਉੱਠਦੀ ਆ, ਪਰ ਉਹਨੂੰ ਬਾਅਦ ਡਿਫਿਊਜ਼ ਕਰ ਦਿੱਤਾ ਜਾਂਦਾ ਔਰ ਸਰਕਾਰਾਂ ਦੇ ਕੋਲ ਬਹੁਤ ਸਾਰੇ ਸਾਧਨ ਆ ਉਹਨਾਂ ਨੂੰ ਡਿਫਿਊਜ਼ ਕਰਨ ਦੇ। ਸਾਨੂੰ ਜੋ ਗਲਤੀਆਂ ਸਾਡੇ ਪਿਛਲੇ ਸੰਘਰਸ਼ਾਂ 'ਚ ਸਾਡੇ ਕੋਲ ਹੋਈਆਂ, ਜੋ ਕਮੀਆਂ ਰਹਿ ਗਈਆਂ, ਉਹ ਇਹਦੇ ਵਿੱਚ ਨਜ਼ਰ ਨਹੀਂ ਆਉਣੀਆਂ ਚਾਹੀਦੀਆਂ। ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਤਾਂ ਇਹ ਜਿਹੜੀ ਮੂਵਮੈਂਟ ਹੈ ਇਹਨੂੰ ਤੁਸੀਂ ਪਿਓਰਲੀ ਕਿਸਾਨਾਂ ਦੀ ਮੂਵਮੈਂਟ ਹੀ ਰਹਿਣ ਦਿਓ। ਇਹ ਸਾਰੀਆਂ ਕਮਿਊਨਿਟੀਆਂ ਦੀ ਮੂਵਮੈਂਟ ਹੈ। ਇਹਦੇ 'ਚ ਜਿਹੜੀਆਂ 31-32 ਜਥੇਬੰਦੀਆਂ ਨੇ, ਉਹਨਾਂ ਦੇ ਵਿੱਚ ਤਕਰੀਬਨ 26-27 ਨਾਨ ਸਿੱਖ ਜਥੇਬੰਦੀਆਂ ਵੀ ਸ਼ਾਮਲ ਨੇ, ਜਾਂ ਜਿਹੜੀਆਂ ਆਪਣੇ ਆਪ ਨੂੰ ਪੰਥਕ ਜਥੇਬੰਦੀਆਂ ਨਹੀਂ ਅਖਵਾਉਂਦੀਆਂ। ਸੋ ਇਹਨੂੰ ਜਿੰਨਾ ਇਨਕਲੂਸਿਵ ਰੱਖੋਗੇ, ਇਹਨੂੰ ਜਿੰਨਾ ਤੁਸੀਂ ਹਰ ਕਮਿਊਨਿਟੀ ਦੀ ਗ੍ਰਾਸ ਰੂਟ ਲੈਵਲ ਮੂਵਮੈਂਟ ਰਹਿਣ ਦਿਓਗੇ, ਉਹਦੇ 'ਚ ਕਿਸਾਨਾਂ ਦਾ ਵੀ ਭਲਾ ਹੈ ਔਰ ਦੁਨੀਆ 'ਚ ਉਹਨਾਂ ਦੀ ਆਵਾਜ਼ ਹੋਰ ਉੱਤੇ ਚੁੱਕੀ ਜਾਏਗੀ। ਦੂਸਰੀ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਕਿ ਮੈਂ ਰੀਸੈਂਟਲੀ ਜਦੋਂ ਇਸ ਤਰ੍ਹਾਂ ਦਾ ਕੋਈ ਸੰਘਰਸ਼ ਚੱਲਦਾ ਤੇ ਬਹੁਤ ਸਾਰੇ ਬੰਦੇ ਜਿਹੜੇ ਸ਼ਾਇਦ ਗਰਾਊਂਡ ਰਿਐਲਿਟੀਜ਼ ਨਾਲ ਇਨ ਟੱਚ ਨਹੀਂ ਹੁੰਦੇ, ਉਹ ਕੋਸ਼ਿਸ਼ ਕਰਦੇ ਆ ਵੀ ਇਹਨੂੰ ਕਿਸ ਤਰ੍ਹਾਂ ਕੈਸ਼ ਕਰਾਉਣ, ਔਰ ਉੱਤੇ ਅਸੀਂ ਦੇਖਦੇ ਹਾਂ ਕਿ ਪਾਪੂਲਿਸਟ ਅਪਰੋਚ ਤੇ ਪੂਰੀ ਦੁਨੀਆ 'ਚ ਹੀ ਲੋਕ ਸਟੇਟਮੈਂਟਾਂ ਦੇਣ 'ਚ ਬਹੁਤ ਅੱਗੇ ਹੁੰਦੇ ਆ। ਮੈਂ ਇਹ ਬੇਨਤੀ ਕਰਨਾ ਚਾਹੁੰਦਾ, ਮੈਂ ਦੇਖਿਆ ਕੁਛ ਪਾਕਿਸਤਾਨੀ ਮੀਡੀਆ 'ਚ ਇਸ ਤਰ੍ਹਾਂ ਦੀ ਗੱਲ ਚੱਲਦੀ ਹੈ ਵੀ ਸਿੱਖ ਜਿਸ ਤਰ੍ਹਾਂ ਪਾਕਿਸਤਾਨ ਨੂੰ ਅਪੀਲ ਕਰ ਰਹੇ ਹੋਣ ਕਿ ਤੁਸੀਂ ਉਹਦੇ ਵਿੱਚ ਸਾਡਾ ਸਾਥ ਦਿਓ। ਪਾਕਿਸਤਾਨ ਬੇਸ਼ੱਕ ਭਾਰਤ ਦਾ ਹਮਸਾਇਆ ਮੁਲਕ ਹੈ, ਪਰ ਸਾਨੂੰ ਪਾਕਿਸਤਾਨ ਕੋਲ ਇੱਕ ਤਾਂ ਸਿੱਖਾਂ ਨੇ ਅੱਜ ਤੱਕ ਕਦੇ ਕਿਸੇ ਕੋਲ ਮਦਦ ਨਹੀਂ ਮੰਗੀ। ਸਿੱਖ ਤਾਂ ਉਹ ਕੌਮ ਹੈ ਜਿਹੜੀ ਲੋਕਾਂ ਦੀ ਮਦਦ ਕਰਦੀ ਆਈ ਆ, ਜਿਹੜਾ ਹੋਰ ਨਿਰਦੋਸ਼ਾਂ ਦੇ ਨਾਲ ਜਿਹੜੇ ਨਿਰਦੋਸ਼ ਲੋਕ ਆ ਉਹਨਾਂ ਦੇ ਨਾਲ ਖਲੋਂਦੀ ਹੈ। ਸੋ ਜਿਹੜੀਆਂ ਅਪੀਲਾਂ ਕੀਤੀਆਂ ਜਾ ਰਹੀਆਂ, ਇਹਨਾਂ ਨੂੰ ਜ਼ਰਾ ਧਿਆਨ ਨਾਲ ਤੁਸੀਂ ਇਹਦੇ ਬਾਰੇ ਗੱਲ ਕਰਿਆ ਕਰੋ। ਮੈਂ ਦੇਖਿਆ ਪਾਕਿਸਤਾਨੀ ਮੀਡੀਆ 'ਚ ਕਾਫੀ ਸ਼ੋਰ ਮੱਚਿਆ ਜੀ ਸਿੱਖ ਸਾਨੂੰ ਅਪੀਲ ਕਰ ਰਹੇ ਆ ਕਿ ਸਾਡੀ ਮਦਦ ਕਰੋ। ਇਸ ਵੇਲੇ ਜਿਹੜੇ ਜਿੰਨੇ ਸੱਜਣ ਇੱਥੇ ਬੈਠੇ ਆ, ਉਹਨਾਂ ਨੂੰ ਪਤਾ ਕਿ ਇਸ ਵੇਲੇ ਜਿਹੜੇ ਉੱਥੇ ਸਿੱਖ ਜਥੇਬੰਦੀਆਂ ਇਸ ਵੇਲੇ ਅੰਦੋਲਨ 'ਚ ਨੇ ਜਾਂ ਹੋਰ, ਉਹਨਾਂ ਨੂੰ ਕਿਸੇ ਹੋਰ ਦੇਸ਼ ਦੀ ਮਦਦ ਦੀ ਲੋੜ ਨਹੀਂ ਹੈਗੀ। ਮੋਰਲ ਸਪੋਰਟ ਆਪਣੀ ਜਗ੍ਹਾ ਠੀਕ ਹੈ, ਕਿਉਂਕਿ ਜੇ ਤੁਸੀਂ ਇਹ ਗੱਲਾਂ ਕਰੋਗੇ, ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਦਿਓਗੇ, ਤੇ ਉਹਦੇ ਨਾਲ ਜਿਹੜਾ ਇੱਕ ਜਰਨਲ ਭਾਰਤੀ ਪਬਲਿਕ ਹੈ ਜਿਹੜੀ ਇਸ ਵੇਲੇ ਕਿਸਾਨਾਂ ਦੇ ਵਾਸਤੇ ਹਮਦਰਦੀ ਰੱਖਦੀ ਹੈ, ਉਹਦੀ ਜਿਹੜੀ ਹਮਦਰਦੀ ਹੈ ਉਹਨਾਂ ਕਿਸਾਨਾਂ ਪ੍ਰਤੀ ਉਹ ਖਤਮ ਹੋ ਜਾਏਗੀ। ਔਰ ਭਾਰਤੀ ਸਰਕਾਰ ਜਿਹੜੀ ਹੈ ਇਸ ਚੀਜ਼ ਨੂੰ ਜਵਾਜ਼ ਬਣਾ ਕੇ ਕਿ ਕੁਛ ਸਿੱਖ ਜਥੇਬੰਦੀਆਂ ਜਾਂ ਉਹਨਾਂ ਦੇ ਕੁਛ ਆਗੂ ਜਿਹੜੇ ਨੇ ਉਹ ਸਾਡੇ ਗਵਾਂਢੀ ਦੁਸ਼ਮਣ ਦੇਸ਼ ਕੋਲ ਮਦਦ ਮੰਗ ਰਹੇ ਨੇ, ਇਹਨੂੰ ਡਿਫਿਊਜ਼ ਕਰ ਸਕਦੀ ਹੈ। ਇਸ ਵਾਸਤੇ ਆਪਾਂ ਜੋ ਕੁਛ ਵੀ ਕਹੀਏ ਉਹ ਬਹੁਤ ਧਿਆਨ ਨਾਲ ਕਹੀਏ। ਫਿਰ ਜਿਹੜੀ ਫੰਡ ਰੇਜ਼ਿੰਗ ਦੇ ਹਵਾਲੇ ਨਾਲ ਇੰਟਰਨੈਸ਼ਨਲੀ ਮੈਂ ਦੇਖਿਆ ਕਿ ਬਹੁਤ ਸਾਰੀਆਂ ਸੰਸਥਾਵਾਂ, ਔਰ ਮੇਰੇ ਮਨ 'ਚ ਬਿਲਕੁਲ ਸ਼ੰਕਾ ਨਹੀਂ ਹੈਗੀ, ਉਹ ਬਹੁਤ ਹੀ ਸਿੰਸੀਅਰ ਨੇ ਇਸ ਕੌਜ਼ ਨਾਲ, ਉਹ ਅਪੀਲ ਕਰ ਰਹੀਆਂ ਫੰਡ ਰੇਜ਼ਿੰਗ ਦੀਆਂ। ਉਹਦੇ ਵਿੱਚ ਵੀ ਜਿਹੜੀ ਫੋਰਨ ਫੰਡਿੰਗ ਹੈ, ਉੱਤੇ ਵੀ ਭਾਰਤੀ ਸਰਕਾਰ ਜਿਹੜੀ ਹੈ ਉਹ ਇਸ ਮੂਵਮੈਂਟ ਨੂੰ ਡਿਫਿਊਜ਼ ਕਰ ਸਕਦੀ ਹੈ। ਉਹਦੇ ਵਿੱਚ ਵੀ ਸਾਨੂੰ ਬਹੁਤ ਕੇਅਰਫੁਲ ਰਹਿਣਾ ਚਾਹੀਦਾ। ਇੱਕ ਤੇ ਜਿਹੜੀਆਂ ਉੱਥੇ ਕਿਸਾਨ ਜਥੇਬੰਦੀਆਂ, ਉਹਨਾਂ ਨਾਲ ਜਿਹੜੇ ਲੋਕ ਇਨ ਟੱਚ ਨੇ, ਬਹੁਤ ਸਾਡੇ ਸਾਰੇ ਦੋਸਤ ਉਹਨਾਂ ਨਾਲ ਇਨ ਟੱਚ ਨੇ, ਉਹਨਾਂ ਨੂੰ ਉਹ ਸਾਰੇ ਦੇ ਸਾਰੇ ਆਪਣਾ ਰਾਸ਼ਨ ਪਾਣੀ ਇੱਕ
ट्रैक्टर के पिछे 2-2 ट्रालियां बन के लियाए ने, एक च राशन है, दूसरे च उन्हों का सौण का इंतजाम है। और कुछ जिहड़ियां चैरिटीज़ ने, जिस तरह खालसा एड बहुत वधिया काम कर रही है, उत्थे उन्होंने बड़े उन्होंने टेंट इस्टैबलिश किए ने, खाण पीण का प्रबंध कर रही बहुत सारिया जथेबंदियां। सो इस वास्ते सानूं जिहड़ी फॉरन एड आ उहदे बारे भी बड़े ध्यान नाल ऑपरेट करना चाहिए, क्योंकि भारतीय सरकार साडे कुछ इस तरह दीयां जज्बाती स्टेटमेंट्स नूं लैके इस पूरे अंदोलन नूं कोई होर रंग दे सकती है और इंटरनैशनली भी गल कर सकती है इस तरह की। मैं देखिया तुसीं साडे दोस्तां ने देखिया होएगा, खास तौर ते इन द ब्रिटिश कॉन्टैक्स्ट, कि ढेसी साहब ने जिहड़ा सवाल बरतानवी वज़ीर आज़म नूं पुछया, ਉਹਦੇ 'ਚ ਬਰਤਾਨਵੀ ਵਜ਼ੀਰ ਆਜ਼ਮ ਨੇ ਜਵਾਬ ਦਿੱਤਾ ਕਿ ਹਾਂ ਮੈਨੂੰ ਪਤਾ ਜੋ ਕਿਸਾਨੀ ਦੇ ਬਾਰੇ ਸਵਾਲ ਸੀਗਾ ਔਰ ਪ੍ਰੋਟੈਸਟ ਦੇ ਬਾਰੇ, ਉਹਦਾ ਜਵਾਬ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੇ ਦਿੱਤਾ ਕਿ ਮੈਨੂੰ ਪਤਾ ਕਿ ਇੰਡੀਆ ਪਾਕਿਸਤਾਨ ਜਿਹੜੇ ਮਸਲੇ ਚੱਲ ਰਹੇ ਆ, ਇੰਡੀਆ ਪਾਕਿਸਤਾਨ ਦਾ ਮਸਲਾ ਹੈ, ਉਹਨਾਂ ਦੋਵਾਂ ਦਰਮਿਆਨ ਹੱਲ ਹੋਣਾ ਚਾਹੀਦਾ। ਸੋ ਕੁਛ ਲੋਕ ਸਾਡੇ ਦੋਸਤ ਇਹ ਕਹਿ ਰਹੇ ਸੀ ਮੈਨੂੰ ਪਿਛਲੇ ਦਿਨਾਂ ਕਿ ਉਹਨੇ ਸ਼ਾਇਦ ਤਿਆਰੀ ਨਹੀਂ ਸੀ ਕੀਤੀ। ਇਹ ਗੱਲ ਨਹੀਂ ਹੈ, ਗੱਲ ਇਹ ਹੈ ਕਿ ਹੁਣ ਪੂਰੀ ਕੋਸ਼ਿਸ਼ ਕੀਤੀ ਜਾਏਗੀ ਭਾਰਤੀ ਸਰਕਾਰ ਵੱਲੋਂ ਕਿ ਇਸ ਗ੍ਰਾਸ ਰੂਟ ਲੈਵਲ ਦੇ ਅੰਦੋਲਨ ਨੂੰ ਪਾਕਿਸਤਾਨ ਭਾਰਤ ਦਾ ਇਸ਼ੂ ਬਣਾਇਆ ਜਾਏ, ਫੋਰਨ ਇੰਟਰਵੈਂਸ਼ਨ ਔਰ ਫੋਰਨ ਇਨਵੋਲਵਮੈਂਟ ਦੀ ਗੱਲ ਕੀਤੀ ਜਾਏ ਤਾਂ ਕਿ ਇਹਨੂੰ ਕਿਸ ਤਰ੍ਹਾਂ ਡਿਫਿਊਜ਼ ਕੀਤਾ ਜਾਏ। ਸੋ ਇਸ ਵੇਲੇ ਸਾਨੂੰ ਬਹੁਤ ਸੋਚ ਕੇ ਇੱਕ ਗੱਲ ਜਿਹੜੀ ਅਸੀਂ ਕਰੀਏ ਉਹ ਸੋਚ ਸਮਝ ਕੇ ਕਰੀਏ, ਜਿਹੜੀਆਂ ਸਟੇਟਮੈਂਟਾਂ ਦਈਏ ਉਹ ਸੋਚ ਸਮਝ ਕੇ ਦਈਏ। ਕੋਈ ਐਸੀ ਸਲਿਪ ਆਫ ਟੰਗ ਜਾਂ ਕੋਈ ਸਾਡਾ ਕੋਈ ਐਸੀ ਗੱਲ ਜਿਹੜੀ ਹੋ ਸਕਦਾ ਕੁਝ ਲੋਕਾਂ 'ਚ ਪਾਪੂਲਰ ਹੋ ਜਾਏ ਔਰ ਲੋਕ ਤੁਹਾਡੀ ਬੱਲੇ ਬੱਲੇ ਵੀ ਕਰ ਦੇਣ, ਪਰ ਜੇ ਕਿਸਾਨੀ ਨੂੰ ਉਹਦੇ ਨਾਲ ਨੁਕਸਾਨ ਪਹੁੰਚੇ ਤੇ ਸਾਨੂੰ ਉਹਦੇ ਬਾਰੇ ਬਹੁਤ ਕੇਅਰਫੁਲ ਰਹਿਣਾ ਚਾਹੀਦਾ। ਇਹ ਕਿਸਾਨਾਂ ਦੀ ਗ੍ਰਾਸ ਰੂਟ ਲੈਵਲ ਦੀ ਮੂਵਮੈਂਟ ਆ ਜਿਹੜੀ ਜਿਹਦੇ ਹਰ ਧਰਮ ਦੇ ਲੋਕ ਸ਼ਾਮਲ ਆ ਔਰ ਸਾਨੂੰ ਆਸ ਹੈ ਕਿ ਜਿਹੜਾ ਇਤਿਹਾਦ ਹੈ ਕਿਸਾਨਾਂ 'ਚ ਉਹ ਬਰਕਰਾਰ ਰਹੇਗਾ ਔਰ ਅਸੀਂ ਜਿਹੜੀ ਆਵਾਜ਼ ਹੈ ਕਿਸਾਨਾਂ ਦੀ ਉਹ ਪਹਿਲਾਂ ਵੀ ਬੁਲੰਦ ਕਰਦੇ ਆਏ ਹਾਂ ਔਰ ਸਿਰਫ ਕਿਸਾਨਾਂ ਦੀ ਨਹੀਂ, ਸਿੱਖਾਂ ਦੀ ਔਰ ਕਿਸੇ ਵੀ ਥਾਂ ਜਿਹੜੇ ਵੀ ਹਿਊਮਨ ਰਾਈਟਸ ਵਾਇਓਲੇਸ਼ਨ ਹੈ ਉਹਦੇ ਬਾਰੇ। ਜਿਸ ਤਰ੍ਹਾਂ ਤੁਹਾਨੂੰ ਪਤਾ ਕਿ UN ਨੇ ਸ਼ੁਰੂ ਤੋਂ ਹੀ ਅਸੀਂ ਜਦੋਂ ਮੁਸਲਮਾਨਾਂ ਦਾ ਦਿੱਲੀ 'ਚ ਕਤਲੇਆਮ ਕੀਤਾ ਗਿਆ ਲਾਸਟ ਵਿੰਟਰ, ਉੱਤੇ ਵੀ UN ਦੇ ਅੰਡਰ ਸੈਕਟਰੀ ਜਨਰਲ ਡੈਮਨ ਡੀਐਂਗ ਨੇ ਬਹੁਤ ਤਗੜੀ ਸਟੇਟਮੈਂਟ ਦਿੱਤੀ ਆ ਔਰ ਜਿਹੜਾ ਕਰੋਨਾ ਵਾਇਰਸ ਦੇ ਦੌਰਾਨ ਇਸਲਾਮੋਫੋਬੀਆ ਦਾ ਸਾਹਮਣਾ ਕਰਨਾ ਪਿਆ ਮੁਸਲਮਾਨਾਂ ਨੂੰ ਖਾਸ ਤੌਰ ਤੇ, ਉਹਦੇ ਬਾਰੇ ਵੀ UN ਨੇ ਕੰਸਿਸਟੈਂਟਲੀ ਜਿਹੜਾ ਹੈ ਉਹਨੂੰ ਕੰਡੈਮ ਕੀਤਾ ਹੈ। ਫਿਰ ਇਸ ਤੋਂ ਇਲਾਵਾ ਜਿਹੜਾ ਕਿਸਾਨੀ ਦਾ ਅੰਦੋਲਨ ਹੈ ਉਹ ਤੇ UN ਸੈਕਟਰੀ ਜਨਰਲ ਜਿਹੜਾ ਹੈ ਉਹਨਾਂ ਦੀ ਅੰਟੋਨੀਓ ਗੁਟੈਰਸ ਨੇ ਉਹਦੀ ਜਿਹੜੀ ਹੈ ਉਹਦੇ 'ਚ ਬੜਾ ਕਲੀਅਰਲੀ ਕਿਹਾ ਹੈ ਕਿ ਰਾਈਟ ਆਫ ਪੀਸਫੁਲ ਪ੍ਰੋਟੈਸਟ ਸਾਰਿਆਂ ਦਾ ਹੱਕ ਹੈ ਔਰ ਉਹਨੂੰ ਮੇਨਟੇਨ ਕਰਨਾ ਚਾਹੀਦਾ। ਸੋ ਮੇਰੀਆਂ ਇੰਨੀਆਂ ਕੋਈ ਬੇਨਤੀਆਂ ਸਨ, ਜੇ ਬੋਲਦਿਆਂ ਹੋਇਆਂ ਕੋਈ ਭੁੱਲ ਚੁੱਕ ਹੋ ਗਈ ਹੋਈ ਤੇ ਖਿਮਾ ਦਾ ਜਾਚਕ ਹੈ ਔਰ ਮੈਂ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਕਰਨਾ ਜਿਹੜੀਆਂ ਸ਼ਾਇਦ ਬਹੁਤ ਜ਼ਿਆਦਾ ਅਨਪੋਪੂਲਰ ਸਮਝੀਆਂ ਜਾਣ, ਪਰ ਸਾਨੂੰ ਜਿਹੜਾ ਹੈ ਉਹ ਵਾਈਡਰ ਪਿਕਚਰ ਨੂੰ ਦੇਖ ਕੇ ਇਸ ਅੰਦੋਲਨ ਨੂੰ ਅੱਗੇ ਵਧਾਉਣ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।